ਹਾਂਜੀ ਵਿਦਿਆਰਥੀਓ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਪੰਜਾਬੀ ਭਾਸ਼ਾ ਦੀ ਜਮਾਤ ਵਿੱਚ। ਤੇ ਇਹਦੇ ਵਿੱਚ ਆਪਾਂ ਪੜ੍ਹ ਰਹੇ ਸੀ ਪੰਜਾਬੀ ਕਿੱਸਾ ਕਾਵਿ। ਸਾਡੇ ਸਿਲੇਬਸ ਦੇ ਵਿੱਚ ਪੰਜਾਬੀ ਕਿੱਸਾ ਕਾਵਿ ਦਾ ਇੱਕ ਹੋਰ ਕਵੀ ਦੇ ਰੱਖਿਆ ਹੈ, ਸੈਯਦ ਫਜ਼ਲ ਸ਼ਾਹ। ਪਹਿਲੀ ਗੱਲ ਇਹਦੀ ਧਿਆਨ ਦੇ ਵਿੱਚ ਰੱਖਿਓ, ਇਹ ਪਰਿਵਰਤਨ ਕਾਲ ਦਾ ਕਿੱਸਾਕਾਰ ਹੈ ਸੈਯਦ ਫਜ਼ਲ ਸ਼ਾਹ। 1850 ਤੋਂ ਲੈ ਕੇ 1900 ਵਾਲਾ ਜਿਹੜਾ ਕਾਲ ਹੈ ਉਹ ਪਰਿਵਰਤਨ ਕਾਲ ਹੈ। ਮੈਂ ਪਹਿਲੀ ਵੀਡੀਓ ਬਣਾਈ ਸੀ ਪੰਜਾਬੀ ਸਾਹਿਤ ਦੀ ਕਾਲ ਵੰਡ, ਜਿਹਦਾ ਸਿਰਲੇਖ ਸੀ। ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਪਰਿਵਰਤਨ ਕਾਲ ਦੇ ਵਿੱਚ ਆਪਾਂ ਜਿਹੜੀ ਕੰਮ ਦੀ ਚੀਜ਼ ਕੀ ਪੜ੍ਹਦੇ ਹਾਂ। ਪਰਿਵਰਤਨ ਕਾਲ, ਪਰਿਵਰਤਨ ਦਾ ਮਤਲਬ ਬਦਲਾਵ ਆਉਣਾ। ਉਹ ਜਿਹੜਾ ਮਤਲਬ ਪਹਿਲਾਂ ਤੋਂ ਚੱਲਿਆ ਆ ਰਿਹਾ, ਜਿਹੜਾ ਮੱਧ ਕਾਲ ਜਾਂ ਉਸ ਤੋਂ ਬਾਅਦ ਜਿਹੜਾ ਚੱਲਿਆ ਆ ਰਿਹਾ ਸੀਗਾ, ਉਸ ਤੋਂ ਬਾਅਦ ਇੱਕ ਆਧੁਨਿਕ ਕਾਲ ਦਾ ਸਫ਼ਰ ਸ਼ੁਰੂ ਹੁੰਦਾ ਹੈ। ਸੋ ਉਹ ਜਿਹੜਾ ਵਿਚਲਾ ਸਮਾਂ ਹੈ ਜਿਹੜਾ ਉਸ ਨੂੰ ਕਿਹਾ ਜਾਂਦਾ ਹੈ ਪਰਿਵਰਤਨ ਕਾਲ, ਬਦਲਾਵ ਆਉਣਾ। ਮਤਲਬ ਪਰੰਪਰਾ ਤੋਂ ਆਧੁਨਿਕਤਾ ਵੱਲ ਜਾਣਾ। ਹੁਣ ਇਹ ਜੀ ਪਰਿਵਰਤਨ ਕਾਲ ਹੈ ਜਿਹੜਾ ਉਹ 1850 ਤੋਂ 1900 ਤੱਕ ਹੈ। ਅਗਲੀ ਗੱਲ ਤੁਸੀਂ ਪੜ੍ਹੋ, ਕਹਿੰਦਾ ਵੀ 19ਵੀਂ ਸਦੀ ਦੇ ਪਹਿਲੇ ਅੱਧ ਤੋਂ ਬਾਅਦ ਵੀ ਕਈ ਕਿੱਸਾਕਾਰ ਪਰੰਪਰਾਗਤ ਰਚਨਾਵਾਂ ਨਾਲ ਜੁੜੇ ਹੋਏ ਸਨ। 1850 ਈਸਵੀ ਤੋਂ ਪਰਿਵਰਤਨ ਕਾਲ, 1850 ਤੋਂ 1900 ਈਸਵੀ ਦੇ ਵਿੱਚ ਹੈ ਪਰਿਵਰਤਨ ਕਾਲ। ਪਰਿਵਰਤਨ ਕਾਲ ਦਾ ਮਤਲਬ ਹੈ ਕਿ ਬਹੁਤ ਸਾਰੇ ਕਵੀ ਹੈ ਜਿਹੜੇ ਇਸ ਸੰਨ ਦੇ ਵਿੱਚ 1850 ਤੋਂ ਲੈ ਕੇ ਆਧੁਨਿਕ ਰਚਨਾਵਾਂ ਵੱਲ ਸ਼ੁਰੂ ਹੋ ਗਏ। ਆਧੁਨਿਕਤਾ ਅਪਣਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਪਰੰਪਰਾ ਤੇ ਆਧੁਨਿਕਤਾ ਦੋ ਚੀਜ਼ਾਂ ਸੀ। ਪਰੰਪਰਾ ਮਤਲਬ ਪਹਿਲਾਂ ਤੋਂ ਚੱਲੀ ਆ ਰਹੀ ਜਿਹੜੀ ਧਾਰਾ ਸੀ, ਜਿਹੜੀਆਂ ਧਾਰਾਵਾਂ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਰਚਨਾ ਕਰਨੀ, ਉਹਨੂੰ ਕਿਹਾ ਜਾਂਦਾ ਸੀ ਪਰੰਪਰਾਗਤ। ਉਸ ਪਰੰਪਰਾ ਨੂੰ ਤੋੜਦਿਆਂ ਹੋਇਆਂ ਸਾਡੇ ਕਵੀਆਂ ਨੇ, ਦੇਖ ਲਓ ਆਧੁਨਿਕ ਦੇ ਵਿੱਚ ਤੁਸੀਂ ਪੜ੍ਹਦੇ ਹੋ ਕਿਤੇ ਵੀ ਸੂਫੀ ਕਾਵਿਧਾਰਾ, ਕਿੱਸਾ ਕਾਵਿਧਾਰਾ ਨਹੀਂ ਪੜ੍ਹਦੇ ਤੁਸੀਂ। ਇਹ ਜਿਹੜੀਆਂ ਧਾਰਾਵਾਂ ਸਿੱਧੀਆਂ ਖਤਮ ਹੋ ਜਾਂਦੀਆਂ ਤੇ ਆਧੁਨਿਕ ਕਵਿਤਾ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਛੋਟੀਆਂ ਕਵਿਤਾਵਾਂ। ਲੰਮੀ ਪਰੰਪਰਾਗਤ ਜਿਹੜੀ ਲੰਬੀ ਬ੍ਰਿਤਾਂਤਕ ਰਚਨਾ ਲਿਖਣ ਦਾ ਰਿਵਾਜ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ। ਮਨੁੱਖ ਆਧੁਨਿਕਤਾ ਦੇ ਨਾਲ ਜੁੜ ਜਾਂਦਾ, ਮਸ਼ੀਨੀਕਰਨ ਦਾ ਯੁੱਗ ਆ ਜਾਂਦਾ ਹੈ। ਮਸ਼ੀਨੀਕਰਨ ਦੇ ਵਿੱਚ ਇੱਕ ਕੀ ਹੋਇਆ, ਅੰਗਰੇਜ਼ਾਂ ਨੇ ਲੁਧਿਆਣੇ ਵਿੱਚ ਪ੍ਰੈਸ ਲਾ ਲਈ। ਉਹਨਾਂ ਨੇ ਜਦੋਂ ਪ੍ਰੈਸ ਲਾ ਦਿੱਤੀ, ਜਿਹੜਾ ਛਾਪਾਖਾਨਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬਸ ਉੱਥੋਂ ਸ਼ੁਰੂ ਹੋ ਗਿਆ ਜੀ ਆਧੁਨਿਕਤਾ ਦਾ ਸਫ਼ਰ, ਪਰਿਵਰਤਨ ਕਾਲ। ਨਾਲੇ ਇੱਥੇ ਇੱਕ ਸਿੱਖ ਹੈ ਜਿਹੜੇ ਉਹ ਮੁੱਦਕੀ ਦੀ ਫੇਰੂ ਸ਼ਹਿਰ ਦੀ ਜੰਗ ਹਾਰ ਜਾਂਦੇ ਅੰਗਰੇਜ਼ਾਂ ਤੋਂ, ਤੇ ਪੰਜਾਬ ਦੇ ਉੱਪਰ ਸਥਾਈ ਤੌਰ ਤੇ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੁੰਦਾ ਹੈ 1850। ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਨਾਲ ਇੰਗਲੈਂਡ ਲੈ ਜਾਂਦੇ ਆ। ਉਹ ਆਖਰੀ ਜਿਹੜਾ ਮਹਾਰਾਜ ਸੀ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦਾ ਪੁੱਤਰ ਜਿਹੜਾ ਸੀ। ਉੱਥੋਂ ਸ਼ੁਰੂ ਹੁੰਦਾ ਸਾਡਾ ਪਰਿਵਰਤਨ ਕਾਲ। ਪਰਿਵਰਤਨ ਕਾਲ ਦਾ ਮਤਲਬ ਹੈ ਕਿ ਕਵੀ ਆਧੁਨਿਕ ਰਚਨਾਵਾਂ ਕਰ ਰਹੇ ਆ, ਪਰ ਉਹਨਾਂ ਆਧੁਨਿਕ ਰਚਨਾਵਾਂ ਦੇ ਨਾਲ ਕੁਝ ਕੁ ਪਰੰਪਰਾਗਤ ਰਚਨਾਵਾਂ ਵੀ ਚੱਲ ਰਹੀਆਂ ਹਨ। ਕਿੱਸਾ ਕਾਵਿਧਾਰਾ ਜਿਹੜੀ ਉਹ ਸਾਡੀ ਪਰੰਪਰਾਗਤ ਕਾਵਿਧਾਰਾ ਹੈ, ਗੁਰੂ ਨਾਨਕ ਕਾਲ ਤੋਂ, ਦਮੋਦਰ ਤੋਂ ਚੱਲੀ ਆ ਰਹੀ ਹੈ, ਪਰੰਪਰਾ ਹੈ, ਚੱਲੀ ਆ ਰਹੀ ਧਾਰਾ। ਉਸ ਦਾ ਆਖਰੀ ਪ੍ਰਸਿੱਧ ਕਵੀ ਹੋ ਨਿਬੜਦਾ ਕੌਣ? ਸੈਯਦ ਫਜ਼ਲ ਸ਼ਾਹ। 1820 ਤੋਂ 1890 ਸਭ ਤੋਂ ਪ੍ਰਮੁੱਖ ਕਵੀ ਹੈ। ਲਓ ਜੀ, ਉਹਦਾ ਜਨਮ ਹੁੰਦਾ ਪਿੰਡ ਨਵਾਂ ਕੋਟ। ਇੱਕ ਹੀ ਵੀਡੀਓ ਦੇ ਵਿੱਚ ਆਪਾਂ ਸੈਯਦ ਫਜ਼ਲ ਸ਼ਾਹ ਨਿਪਟਾ ਦੇਣਾ ਹੈ, ਬਾਹਲੀ ਕੰਮ ਦੀ ਗੱਲ ਨਹੀਂ ਗੀ ਇਹਦੇ ਵਿੱਚ। ਜਿਹੜੀਆਂ ਵੀ ਇੰਪੋਰਟੈਂਟ ਗੱਲਾਂ ਉਹ ਸਾਰੀਆਂ ਮੈਂ ਪਾਤੀਆਂ ਹੈ ਨੋਟਸ ਦੇ ਵਿੱਚ। ਜਨਮ ਹੋਇਆ ਜੀ ਪਿੰਡ ਨਵਾਂ ਕੋਟ, ਜ਼ਿਲ੍ਹਾ ਲਾਹੌਰ। ਦੱਸਦਾ ਵੀ ਹੈ ਆਪਣੀ ਸਾਰੀ ਜ਼ਿੰਦਗੀ ਲਾਹੌਰ ਵਿੱਚ ਸਰਕਾਰੀ ਨੌਕਰੀ ਕਰਦਿਆਂ ਬੀਤੀ। ਉਸ ਨੇ 5 ਕਿੱਸਿਆਂ ਦੀ ਰਚਨਾ ਕੀਤੀ ਸੀ, 5 ਦੀ, ਧਿਆਨ ਰੱਖਿਓ। ਆ ਨਾਲ 11ਵੀਂ ਵਾਲੀ ਆਪਣੀ ਬੁੱਕ ਦੇ ਵਿੱਚ ਸੰਨ ਵੀ ਦੇ ਰੱਖਿਆ ਵੀ ਕਿਹੜਾ ਕਿੱਸਾ ਕਿਹੜੇ ਸੰਨ 'ਚ, ਯਾਦ ਰੱਖਿਓ। ਸੋਹਣੀ ਮਹੀਵਾਲ 1848, ਸੱਸੀ ਪੁੰਨੂ 1862, ਹੀਰ ਰਾਂਝਾ 1866, ਲੈਲਾ ਮਜਨੂ 1870 ਤੇ ਯੂਸਫ ਜ਼ੁਲੈਖਾ ਫਿਰ 1870। 5 ਕਿੱਸਿਆਂ ਦੀ ਰਚਨਾ ਸੈਯਦ ਫਜ਼ਲ ਸ਼ਾਹ ਨੇ ਕੀਤੀ। ਫਜ਼ਲ ਸ਼ਾਹ ਦਾ ਸਭ ਤੋਂ ਪ੍ਰਸਿੱਧ ਕਿੱਸਾ ਸੋਹਣੀ ਮਹੀਵਾਲ ਬੈਂਤ ਛੰਦ ਦੇ ਵਿੱਚ ਲਿਖਿਆ ਗਿਆ, ਸਭ ਤੋਂ ਵੱਧ ਲੋਕਪ੍ਰਿਯ। ਇਸੇ ਕਰਕੇ ਹੀ ਪੰਜਾਬੀ ਕਿੱਸਾ ਕਾਵਿ ਵਿੱਚ ਸੋਹਣੀ ਜਿਵੇਂ ਹੀਰ ਵਾਰਿਸ ਦੇ ਨਾਮ ਨਾਲ ਪ੍ਰਸਿੱਧ, ਜਿਵੇਂ ਸੱਸੀ ਹਾਸ਼ਮ ਦੇ ਨਾਮ ਨਾਲ ਪ੍ਰਸਿੱਧ, ਉਵੇਂ ਹੀ ਸੋਹਣੀ ਹੈ ਜਿਹੜੀ ਉਹ ਫਜ਼ਲ ਸ਼ਾਹ ਦੇ ਨਾਮ ਵਜੋਂ ਮਕਬੂਲ ਪ੍ਰਸਿੱਧ ਹੈ। ਡਾਕਟਰ ਮੋਹਨ ਸਿੰਘ ਦੀਵਾਨਾ ਨੇ ਉਹਨੂੰ ਕਿਹਾ ਆ ਸ਼ਬਦ ਅਲੰਕਾਰਾਂ ਦਾ ਮਾਹਰ ਕਵੀ।
ਬਹੁਤ ਸਾਰੀਆਂ ਪੰਕਤੀਆਂ ਉਹਦੀਆਂ ਆਉਂਦੀਆਂ ਜਿਹਦੇ ਵਿੱਚ ਉਸਨੇ ਸ਼ਬਦ ਅਲੰਕਾਰਾਂ ਦੀ ਵਰਤੋਂ ਕੀਤੀ ਹੈ, ਜਿਹਦੇ ਵਿੱਚ ਅਨੁਪ੍ਰਾਸ ਅਲੰਕਾਰ ਜਿਹੜਾ ਬਹੁਤ ਮਹੱਤਵ ਰੱਖਦਾ। ਅਨੁਪ੍ਰਾਸ ਅਲੰਕਾਰ ਜਿਸ ਅਲੰਕਾਰ ਦੇ ਵਿੱਚ ਅੱਖਰਾਂ ਜਾਂ ਸ਼ਬਦਾਂ ਦੀ ਵਾਰ-ਵਾਰ ਮਤਲਬ ਅੱਖਰ ਜਾਂ ਸ਼ਬਦ ਵਾਰ-ਵਾਰ ਰਿਪੀਟ ਹੋਣ, ਉਹਨੂੰ ਆਪਾਂ ਕਹਿ ਦਿੰਦੇ ਹਾਂ ਸਾਡਾ ਜਿਹੜਾ ਆਪਣਾ ਅਲੰਕਾਰ ਹੈ, ਜਿਹੜਾ ਜਿਹਨੂੰ ਇੱਕ ਸ਼ਬਦ ਅਲੰਕਾਰ ਕਿਹਾ ਜਾਂਦਾ। ਇੱਕ ਹੁੰਦੇ ਆ ਸ਼ਬਦ ਅਲੰਕਾਰ, ਇੱਕ ਅਰਥ ਅਲੰਕਾਰ। ਸ਼ਬਦ ਅਲੰਕਾਰ ਜਿਹੜਾ ਉਹਦੇ ਵਿੱਚ ਆਉਂਦਾ ਇੱਕ ਅਲੰਕਾਰ ਅਨੁਪ੍ਰਾਸ ਅਲੰਕਾਰ, ਉਹਦੀ ਮੈਂ ਗੱਲ ਕਰ ਰਿਹਾ ਸੀ। ਹਾਂ, ਕਿੱਸਾ ਸੋਹਣੀ ਮਹੀਵਾਲ ਦੇ ਅੰਤ ਵਿੱਚ ਉਹਨੇ ਬਿਆਨ ਕੀਤਾ ਵੀ ਜੇ ਮੈਨੂੰ ਮਿਲਣਾ ਹੈ ਤੇ ਬਾਈ ਤੁਸੀਂ ਕਿੱਥੇ ਆਣ ਕੇ ਮਿਲ ਸਕਦੇ ਹੋ। ਦੇਖ ਲਓ, ਮੇਰੇ ਮਿਲਣ ਸੰਧੀ ਜੇਕਰ ਸਿੱਖ ਤੈਨੂੰ, ਦੱਸਾਂ ਆਪਣਾ ਥਾਂ ਮਕਾਨ ਬੇਲੀ, ਨਵਾਂ ਕੋਟ ਲਾਹੌਰ ਦੀ ਤਰਫ ਦੱਖਣ। ਕਹਿੰਦਾ ਜੀ ਮੇਰਾ ਪਿੰਡ ਨਵਾਂ ਕੋਟ ਲਾਹੌਰ ਦੱਖਣ ਦੀ ਤਰਫ, ਪੈਂਡਾ ਨੀਮ ਪ੍ਰਸੰਗ ਦਾ ਜਾਨ ਬੇਲੀ, ਉਸ ਜਗ੍ਹਾ ਤੇ ਮੈਂ ਵਸਨੀਕ ਕੀਤੀ, ਗੱਲ ਇਸ਼ਕ ਦੀ ਕੁੱਲ ਬਿਆਨ ਬੇਲੀ। ਕਹਿੰਦਾ ਮੈਂ ਉੱਥੇ ਨਵਾਂ ਕੋਟ ਪਿੰਡ ਦੇ ਵਿੱਚ ਜਿਹੜੀ ਇਸ਼ਕ ਦੀ ਗੱਲ ਸਾਰੀ ਮੈਂ ਬਿਆਨ ਕੀਤੀ। 20ਵੇਂ ਸਾਲ ਅੰਦਰ ਮੇਰਾ ਪੈਰ ਆਹਾ, ਕੀਤੀ ਖਿਜ਼ਰ ਮੈਨੂੰ ਖੈਰਦਾਨ ਬੇਲੀ। ਕਹਿੰਦਾ ਵੀ 20ਵੇਂ ਸਾਲ ਦੇ ਵਿੱਚ ਮੈਂ ਮਤਲਬ ਮੇਰੇ ਨਾਲ ਵੀ ਕੁਛ ਇਸ ਤਰ੍ਹਾਂ ਦਾ ਇਸ਼ਕ ਹੋ ਗਿਆ, ਕਹਿੰਦਾ ਮੈਨੂੰ ਵੀ, ਤੇ ਮੈਂ ਕਿੱਸੇ ਲਿਖਣੇ ਸ਼ੁਰੂ ਕਰਤੇ 20 ਸਾਲਾਂ ਦੇ ਵਿੱਚ। 20 ਸਾਲਾਂ ਦਾ ਗੱਭਰੂ ਸੈਯਦ ਫਜ਼ਲ ਸ਼ਾਹ। ਬਸ ਕੰਮ ਦੀਆਂ ਗੱਲਾਂ ਜਿਹੜੀਆਂ ਉਹ ਸੀਗੀਆਂ ਇਹਦੇ ਵਿੱਚ ਵੀ ਪਹਿਲਾਂ ਤਾਂ 5 ਕਿੱਸੇ ਤੇ ਉਹਨਾਂ ਦੇ ਸਨ ਚੇਤੇ ਰੱਖਿਓ। ਦੂਸਰੀ ਸਭ ਤੋਂ ਵੱਧ ਪ੍ਰਸਿੱਧੀ ਹੈ ਜਿਹੜੀ ਉਹ ਸੋਹਣੀ ਮਹੀਵਾਲ। ਇਹ ਕਾਮਨ ਪ੍ਰਸ਼ਨ ਹੈ, ਇਹ ਨਹੀਂ ਆਊਗਾ। ਜਿਹੜਾ ਪ੍ਰਸ਼ਨ ਅਸਲੀ ਬਣਦਾ ਵੀ ਉਹ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਉਹਨੂੰ ਸ਼ਬਦ ਅਲੰਕਾਰਾਂ ਦਾ ਮਾਹਰ ਕਵੀ ਕਿਹਾ ਹੈ। ਵਲਾਂ ਵਾਲੀਆਂ ਉਸ ਦੀਆਂ ਵਾਲੀਆਂ ਨੇ ਲੁੱਟ ਲਿਆ ਜਹਾਨ ਦੇ ਵਾਲੀਆਂ ਨੂੰ। ਇਹਦੇ ਵਿੱਚ ਇਸ ਨੇ ਕਿੰਨਾ ਸੋਹਣਾ ਨਮੂਨਾ ਪੇਸ਼ ਕੀਤਾ ਅਲੰਕਾਰ ਦਾ, ਸ਼ਬਦਾਰਥ ਅਲੰਕਾਰ ਦਾ ਐਡਾ ਨਮੂਨਾ ਜਿਹੜਾ ਪੇਸ਼ ਕੀਤਾ ਕਵੀ ਨੇ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ, ਮੈਂ ਜਿਹੜੇ ਨੋਟਸ ਬਣਾਏ ਆ ਸੈਯਦ ਫਜ਼ਲ ਸ਼ਾਹ ਬਾਰੇ, ਉਹਦੇ ਵਿੱਚ ਦੇਖਦੇ ਹਾਂ ਬੇਟਾ ਜੀ। ਸੈਯਦ ਫਜ਼ਲ ਸ਼ਾਹ, ਆ ਜਾਓ ਜੀ ਫਜ਼ਲ ਸ਼ਾਹ ਜੀ। ਹਾਂਜੀ, ਸਾਰੇ ਕਿੱਸਾ ਕਾਵ ਆਪਣਾ ਪੂਰਾ ਫਜ਼ਲ ਸ਼ਾਹ ਤੋਂ ਬਾਅਦ ਬਾਕੀ ਹੋਰ ਵੀ ਗੱਲਾਂ ਜਿਵੇਂ ਜਿਵੇਂ ਆਉਂਦੀਆਂ ਰਹਿਣਗੀਆਂ ਵਿੱਚ ਨੋਟਸਾਂ ਦੇ ਐਡ ਕਰਦਾ ਜਾਊਂਗਾ ਮੈਂ ਆਪੇ। ਇਹ ਜਿਹੜੇ ਨੋਟਸ ਆ ਇਹ ਇੱਕ ਸਾਰ ਇਕੱਠੇ ਮਿਲ ਜਾਣਗੇ ਤੁਹਾਨੂੰ ਹੁਣ, ਇਕੱਠੇ ਸਾਰੇ ਕਿੱਸਾ ਕਾਵ ਤੋਂ ਸ਼ੁਰੂ ਕਰਕੇ ਕਿੱਸਾ ਕਾਵ ਧਾਰਾ ਤੋਂ ਸੈਯਦ ਫਜ਼ਲ ਸ਼ਾਹ ਤੱਕ ਸਾਰੇ ਇਕੱਠੇ ਕਰ ਦੂੰਗਾ ਮੈਂ ਨੋਟਸ, ਬਸ ਤੁਹਾਨੂੰ ਪਾ ਦੂੰਗਾ, ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਹਾਂਜੀ, ਹੁਣ ਆਪਾਂ ਗੱਲ ਕਰੀਏ, ਆਪਣਾ ਨਾਮ ਹੈਗਾ ਸੈਯਦ ਫਜ਼ਲ ਸ਼ਾਹ। ਹਾਂਜੀ, ਆ ਜਾਓ। ਲਓ ਜੀ, ਸੈਯਦ ਫਜ਼ਲ ਸ਼ਾਹ, ਜਨਮ ਪਤਾ ਲੱਗ ਹੀ ਗਿਆ ਨਵਾਂ ਕੋਟ ਲਾਹੌਰ, 1828 ਤੋਂ 90। ਦੇਖੋ ਆਪਣੀ 11ਵੀਂ ਵਾਲੀ ਬੁੱਕ ਦੇ ਵਿੱਚ 1820 ਤੋਂ 1890 ਦਿੱਤਾ ਹੋਇਆ ਸੀ, 70 ਸਾਲ ਦੀ ਉਮਰ। ਹੁਣ ਇਹਦੇ ਵਿੱਚ ਕੀ ਹੈ, ਕੁਲਬੀਰ ਸਿੰਘ ਕਾਂਗ ਕਹਿੰਦਾ ਪੰਜਾਬੀ ਸਾਹਿਤ ਦਾ ਇਤਿਹਾਸ ਪੁਸਤਕ ਦੇ ਵਿੱਚ ਕੀ ਕਹਿੰਦਾ, ਨਹੀਂ ਜੀ ਇਹਦਾ ਜਨਮ ਕਹਿੰਦਾ 1828 ਤੋਂ 1890 ਹੋਇਆ। ਗੱਲ ਚੇਤੇ ਰੱਖਿਓ, ਬਹੁਤ ਇੰਪੋਰਟੈਂਟ ਹੈ। ਪ੍ਰਸ਼ਨ ਬਣਦਾ ਹੈ, ਕੁਲਬੀਰ ਸਿੰਘ ਕਾਂਗ ਦੇ ਅਨੁਸਾਰ ਫਜ਼ਲ ਸ਼ਾਹ ਦਾ ਜਨਮ ਕਾਲ ਹੈ, ਜੀਵਨ ਕਾਲ ਹੈ 1828 ਤੋਂ 1890। ਧਿਆਨ ਰੱਖਿਓ ਬੇਟਾ ਜੀ, ਬਹੁਤ ਸ਼ਾਨਦਾਰ ਪ੍ਰਸ਼ਨ ਹੈ। ਪਰਿਵਰਤਨ ਕਾਲ ਦੇ ਵਿੱਚ ਅਗਲਾ ਪ੍ਰਸ਼ਨ ਫਿਰ ਸੁਣੋ ਕੀ ਬਣਦਾ। ਦੇਖੋ, ਪਰਿਵਰਤਨ ਕਾਲ ਹੈ 1850 ਤੋਂ 1900, ਪਰਿਵਰਤਨ ਕਾਲ ਹੈ 1800 ਤੋਂ 1850, ਮਹਾਰਾਜਾ ਰਣਜੀਤ ਸਿੰਘ ਕਾਲ ਜਾਂ ਸਿੱਖ ਰਾਜ ਕਾਲ ਜਿਹਨੂੰ ਆਪਾਂ ਕਹਿੰਦੇ ਹਾਂ। ਪਰਿਵਰਤਨ ਕਾਲ ਵਿੱਚ ਪਰੰਪਰਾਗਤ ਸਾਹਿਤ ਰਚਣ ਵਾਲਾ ਕਿੱਸਾਕਾਰ ਕੌਣ ਹੈ ਜੀ, ਸੈਯਦ ਫਜ਼ਲ ਸ਼ਾਹ। 5 ਕਿੱਸੇ ਲਿਖੇ ਆ, ਠੀਕ ਹੈ, ਗੱਲ ਕਲੀਅਰ ਹੋ ਗਈ। ਸੋਹਣੀ ਮਹੀਵਾਲ ਦੇ ਕਿੱਸੇ ਦੀ ਤਰੀਕ ਖਾਸ ਧਿਆਨ ਰੱਖਿਓ ਬੇਟਾ ਜੀ। ਸੋਹਣੀ ਮਹੀਵਾਲ ਸਭ ਤੋਂ ਪ੍ਰਸਿੱਧ ਹੈ। ਇਹ ਗੱਲ ਕਿਹਨੇ ਕਹੀ ਆ, ਮੀਆਂ ਮੁਹੰਮਦ ਸਰਵਰ ਨੇ ਪੰਜਾਬੀ ਅਦਬ ਪੁਸਤਕ ਦੇ ਵਿੱਚ ਕਹੀ ਹੋਈ ਹੈ ਗੱਲ। ਇਹ ਗੱਲ ਕਿਹਨੇ, ਵੈਸੇ ਤਾਂ ਸਾਰੇ ਆਲੋਚਕਾਂ ਨੂੰ ਹੀ ਪਤਾ ਵੀ ਇਹਦਾ ਸਭ ਤੋਂ ਪ੍ਰਸਿੱਧ ਕਿੱਸਾ ਤਾਂ ਸੋਹਣੀ ਮਹੀਵਾਲ ਹੀ ਹੈ, ਪਰ ਇੱਕ ਮੁਹੰਮਦ ਸਰਵਰ ਜਿਹੜਾ ਪੰਜਾਬੀ ਅਦਬ, ਉਹਨੇ ਕਿਹਾ ਸੀਗਾ ਵੀ ਉਹ ਕਹਿੰਦਾ ਜੀ ਇਹਦਾ ਬਹੁਤ ਪ੍ਰਸਿੱਧ ਕਿੱਸਾ ਸੋਹਣੀ ਮਹੀਵਾਲ। ਕਿਸੇ ਦੇ ਅੰਤ ਵਿੱਚ ਉਹ ਗੱਲ ਮੈਂ ਕਰ ਹੀ ਦਿੱਤੀ, ਆਪਣੀ ਬੁੱਕ ਵਾਲੀ ਗੱਲ ਮੈਂ ਲਿਖੀ ਸੀ ਇੱਥੇ, ਮੇਰੇ ਮਿਲਣ ਸੰਧੀ ਜੇਕਰ ਸਿੱਖ ਤੈਨੂੰ ਦੱਸ ਆਪਣਾ ਥਾਨ ਮਕਾਨ ਬੇਲੀ, ਨਵਾਂ ਕੋਟ ਲਾਹੌਰ ਦੀ ਤਰਫ ਦੱਖਣ ਪੈਂਡਾ ਨੀਮ ਪ੍ਰਸੰਗ ਦਾ ਜਾਨ ਬੇਲੀ, ਉਸ ਜਗ੍ਹਾ ਤੇ ਮੈਂ ਵਸਨੀਕ ਕੀਤੀ ਗੱਲ ਇਸ਼ਕ ਦੀ ਕੁੱਲ ਬਿਆਨ ਬੇਲੀ, 20ਵੇਂ ਸਾਲ ਅੰਦਰ ਮੇਰਾ ਪੈਰ ਆਹਾ, ਕੀਤਾ ਖਿਜ਼ਰ ਮੈਨੂੰ ਖੈਰਦਾਨ ਬੇਲੀ। ਹੁਣ ਦੇਖੋ ਜੀ ਕਿੱਸਾ ਸੋਹਣੀ ਮਹੀਵਾਲ, ਸਭ ਤੋਂ ਪਹਿਲਾਂ ਦੇਖ ਲਓ ਜੀ, ਫਜ਼ਲ ਸ਼ਾਹ ਤੋਂ ਪਹਿਲਾਂ ਕਾਦਰ ਯਾਰ ਤੇ ਹਾਸ਼ਮ ਸ਼ਾਹ ਦੋਨੋਂ ਲਿਖ ਚੁੱਕੇ ਹੈ ਕਿੱਸਾ ਸੋਹਣੀ ਮਹੀਵਾਲ। ਆਪਾਂ ਨੂੰ ਪਤਾ ਹੈ
ਵੀ ਇਹ ਜਿਹੜੇ ਕਾਦਰ ਯਾਰ ਤੇ ਹਾਸ਼ਮ ਸ਼ਾਹ ਪਹਿਲਾਂ ਲਿਖ ਚੁੱਕੇ ਸੀ ਇਸ ਕਿੱਸੇ ਨੂੰ। ਫਜ਼ਲ ਸ਼ਾਹ ਨੇ ਇਸ ਕਿੱਸੇ ਨੂੰ ਪਹਿਲੀ ਵਾਰੀ ਨਹੀਂ ਲਿਖਿਆ। ਬਸ ਇੰਨਾ ਜ਼ਰੂਰ ਹੈ ਵੀ ਫਜ਼ਲ ਸ਼ਾਹ ਦਾ ਜਿਹੜਾ ਕਿੱਸਾ ਲਿਖਿਆ ਉਹ ਬਹੁਤ ਪ੍ਰਸਿੱਧ ਹੈ। ਅਗਲੀ ਗੱਲ ਦੇਖ ਲਓ, ਕਿੱਸਿਆਂ ਵਿੱਚ ਅਰਬੀ ਫਾਰਸੀ ਦੀ ਬਹੁਤ ਵੱਧ ਵਰਤੋਂ ਕੀਤੀ ਹੈ, ਪਰ ਸੋਹਣੀ ਮਹੀਵਾਲ ਵਿੱਚ ਸਭ ਤੋਂ ਘੱਟ ਵਰਤੋਂ ਕੀਤੀ ਹੈ। ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਵੀ ਜਿਹੜੇ ਕਿੱਸੇ ਦੇ ਵਿੱਚ ਅਰਬੀ ਫਾਰਸੀ ਦੀ ਘੱਟ ਵਰਤੋਂ ਹੋਊਗੀ, ਕਿੱਸਾ ਉਹ ਹੀ ਜ਼ਿਆਦਾ ਪ੍ਰਸਿੱਧ ਹੋਊਗਾ। ਕਾਦਰ ਯਾਰ ਦੇ ਆਪਾਂ ਕਿੰਨੇ ਨਾਮ ਲਏ ਸੀਗੇ ਵਾਰਾਂ ਦੇ ਕਿੱਸਿਆਂ ਦੇ। ਸਭ ਤੋਂ ਪ੍ਰਸਿੱਧ ਕਿੱਸਾ ਪੂਰਨ ਭਗਤ ਸੀ, ਕਾਰਨ ਉਹਦੇ ਵਿੱਚ ਵੀ ਆਪਾਂ ਪੜ੍ਹਿਆ ਸੀਗਾ ਵੀ ਉਹਦੇ ਵਿੱਚ ਅਰਬੀ ਫਾਰਸੀ ਸ਼ਬਦਾਂ ਦੀ ਬਹੁਤ ਘੱਟ ਵਰਤੋਂ ਕੀਤੀ ਹੈ, ਮਾਮੂਲੀ ਵਰਤੋਂ ਕੀਤੀ ਹੈ। ਉਵੇਂ ਹੀ ਸੈਯਦ ਫਜ਼ਲ ਸ਼ਾਹ ਨੇ ਕੀਤਾ। ਸੈਯਦ ਫਜ਼ਲ ਸ਼ਾਹ ਨੇ ਕੀ ਕੀਤਾ, ਜਿਹੜਾ ਕਿੱਸਾ ਸੋਹਣੀ ਮਹੀਵਾਲ ਹੈ ਇਹਦਾ, ਸੋਹਣੀ ਮਹੀਵਾਲ ਦੇ ਵਿੱਚ ਅਰਬੀ ਫਾਰਸੀ ਸ਼ਬਦਾਂ ਦੀ ਬਹੁਤ ਘੱਟ ਵਰਤੋਂ ਕੀਤੀ ਹੈ, ਬਾਕੀ ਕਿੱਸਿਆਂ ਵਿੱਚ ਬਹੁਤ ਕੀਤੀ ਹੈ। ਬਾਕੀ 4 ਕਿੱਸੇ ਜਿਹੜੇ ਉਹਨਾਂ ਦੇ ਵਿੱਚ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਇੱਕ ਤਾਂ ਗੱਲ ਕਹੀ ਸੀ ਸ਼ਬਦ ਅਲੰਕਾਰਾਂ ਦਾ ਮਾਹਰ ਕਵੀ। ਕੌਣ? ਸੈਯਦ ਫਜ਼ਲ ਸ਼ਾਹ। ਕਿਹਨੇ ਕਹੀ? ਡਾਕਟਰ ਮੋਹਨ ਸਿੰਘ ਦੀਵਾਨਾ ਨੇ। ਦੂਸਰੀ ਗੱਲ ਇੱਕ ਹੋਰ ਕਹੀ ਹੈ, ਇੱਕ ਗੱਲ ਚੇਤੇ ਰੱਖਿਓ, ਆਹ ਤਾਂ ਕਾਮਨ ਹੋ ਗਿਆ ਹੁਣ ਪ੍ਰਸ਼ਨ ਵੀ ਸ਼ਬਦ ਅਲੰਕਾਰਾਂ ਦਾ ਮਾਹਰ ਕਵੀ ਸੈਯਦ ਫਜ਼ਲ ਸ਼ਾਹ ਨੂੰ ਕਿਹਨੇ ਕਿਹਾ? ਡਾਕਟਰ ਦੀਵਾਨਾ ਨੇ। ਜਾਂ ਦੂਸਰੀ ਤਰ੍ਹਾਂ ਬਣਾਓ ਵੀ ਡਾਕਟਰ ਦੀਵਾਨਾ ਨੇ ਸ਼ਬਦ ਅਲੰਕਾਰਾਂ ਦਾ ਮਾਹਰ ਕਵੀ ਕਿਸ ਨੂੰ ਕਿਹਾ? ਸੈਯਦ ਫਜ਼ਲ ਸ਼ਾਹ ਨੂੰ। ਸੈਯਦ ਵੈਸੇ ਹੀ ਨਾਮ ਦੇ ਨਾਲ ਲਾਉਣਾ ਮੈਂ ਇਹਨੂੰ, ਕਿਉਂਕਿ ਲੱਗਦਾ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਸੈਯਦ ਫਜ਼ਲ ਸ਼ਾਹ, ਵੈਸੇ ਨਾਮ ਇਹਦਾ ਫਜ਼ਲ ਸ਼ਾਹ। ਹੀਰ ਵਾਰਸ ਵਾਂਗ ਮਕਬੂਲ ਹੈ। ਇਹ ਜਿਹੜਾ ਸੈਯਦ ਫਜ਼ਲ ਸ਼ਾਹ ਦੀ ਸੋਹਣੀ ਮਹੀਵਾਲ ਹੈ ਉਹਦੀ ਤੁਲਨਾ ਹੀਰ ਵਾਰਸ ਦੇ ਨਾਲ ਕੀਤੀ ਹੈ। ਕਿਹਨੇ? ਡਾਕਟਰ ਮੋਹਨ ਸਿੰਘ ਦੀਵਾਨਾ ਨੇ। ਆਹ ਪ੍ਰਸ਼ਨ ਚੇਤੇ ਰੱਖਿਓ ਤੁਸੀਂ। ਇਹ ਕੀ ਕਹਿੰਦਾ ਵੀ ਹੀਰ ਵਾਰਸ ਦੇ ਵਾਂਗ ਮਕਬੂਲ ਹੈ, ਡਾਕਟਰ ਦੀਵਾਨਾ ਕਹਿੰਦਾ। ਹੁਣ ਐਵੇਂ ਹੀ ਮੰਨ ਲਾ ਪ੍ਰਸ਼ਨ ਆ ਜੇ ਕਿ ਡਾਕਟਰ ਦੀਵਾਨਾ ਅਨੁਸਾਰ ਸੈਯਦ ਫਜ਼ਲ ਸ਼ਾਹ ਦਾ ਸੋਹਣੀ ਮਹੀਵਾਲ ਕਿੱਸਾ ਕਿਸ ਕਿੱਸਾਕਾਰ ਵਾਂਗ ਮਕਬੂਲ ਹੈ? ਤਾਂ ਉੱਤਰ ਉਹਦਾ ਹੋਊਗਾ ਹੀਰ ਵਾਰਸ ਵਾਂਗ। ਮੌਲਾ ਬਖਸ਼ ਕੁਸ਼ਤਾ ਇਹ ਕੀ ਕਹਿੰਦਾ ਜੀ, ਕਿਸੇ ਸਰਕਾਰੀ ਦਫ਼ਤਰ ਵਿੱਚ ਇਹ ਕੰਮ ਕਰਦਾ ਸੀ। ਆਪਾਂ 11ਵੀਂ ਵਾਲੀ ਬੁੱਕ ਦੇ ਵਿੱਚ ਪੜ੍ਹਿਆ ਵੀ ਉਹ ਕੋਈ ਸਰਕਾਰੀ ਨੌਕਰੀ ਕਰਦਾ ਸੀ। ਇਹ ਗੱਲ ਸਾਨੂੰ ਕਿਹੜੇ ਆਲੋਚਕ ਨੇ ਦੱਸੀ ਹੈ? ਮੌਲਾ ਬਖਸ਼ ਕੁਸ਼ਤਾ ਨੇ। ਕਹਿੰਦਾ ਜੀ ਉਹ ਕਿਸੇ ਸਰਕਾਰੀ ਦਫ਼ਤਰ ਵਿੱਚ। ਮੀਆਂ ਮੁਹੰਮਦ ਸਰਵਰ ਕਹਿੰਦਾ ਨਹੀਂ ਜੀ, ਸੋਹਣੀ ਮਹੀਵਾਲ ਆ ਜਿਹੜਾ ਉਹ ਸ਼ਾਹਕਾਰ ਰਚਨਾ। ਠੀਕ ਹੈ, ਗੱਲ ਹੋ ਗਈ ਸੀ ਆਪਣੀ ਮੀਆਂ ਮੁਹੰਮਦ ਸਰਵਰ ਨਾਲ। ਅਗਲੇ ਦੇਖੋ ਜੀ, ਫਜ਼ਲ ਸ਼ਾਹ ਨੇ ਵਾਰਿਸ ਸ਼ਾਹ ਦੀ ਤੁਲਨਾ ਵਿੱਚ ਆਪਣੀਆਂ ਰਚਨਾਵਾਂ ਦੀ ਵਕਾਲਤ ਕੀਤੀ ਹੈ। ਕੀ ਕਹਿੰਦਾ? ਵਾਰਿਸ ਸ਼ਾਹ ਦੀ ਜਿਹੜੀ ਤੁਲਨਾ ਦੇ ਵਿੱਚ ਆਪਣੀਆਂ ਰਚਨਾਵਾਂ ਦੀ ਵਕਾਲਤ ਕੀਤੀ ਹੈ, ਉਸਨੇ ਆਪਣੀ ਵਕਾਲਤ ਆਪ ਕਰਨੀ। ਮਤਲਬ ਕੀ ਹੈ ਵੀ ਆਪਣੇ ਆਪ ਨੂੰ ਫਜ਼ਲ ਸ਼ਾਹ ਨੇ ਵਾਰਿਸ ਸ਼ਾਹ ਦੇ ਨਾਲ ਤੁਲਨਾ ਕੀਤੀ ਹੈ। ਦੇਖੋ ਕਿਵੇਂ ਕੀਤੀ ਹੈ, ਧਿਆਨ ਰੱਖਿਓ, ਬਹੁਤ ਸ਼ਾਨਦਾਰ ਪ੍ਰਸ਼ਨ ਬਣਦਾ ਵੀ ਫਜ਼ਲ ਸ਼ਾਹ ਨੇ ਕਿਹੜੇ ਕਿੱਸਾਕਾਰ ਦੇ ਨਾਲ ਆਪਣੀ ਤੁਲਨਾ ਕੀਤੀ ਹੈ। ਇੱਕ ਪ੍ਰਸ਼ਨ ਵਾਰਿਸ ਸ਼ਾਹ ਦੇ ਨਾਲ। ਧਿਆਨ ਰੱਖਿਓ, ਬਹੁਤ ਹਾਰਡ ਪ੍ਰਸ਼ਨ ਬਣਦਾ ਇਹ, ਕਿਸੇ ਵੀ ਤਰੀਕੇ ਨਾਲ ਐਗਜ਼ਾਮੀਨਰ ਬਣਾ ਲੇ, ਤੁਸੀਂ ਇੱਥੇ ਫਸਣਾ ਨਹੀਂਗਾ। ਵਾਰਿਸ ਸ਼ਾਹ ਹਸਾਇਆ ਜੱਗ ਆਮ ਖਾਸਾ, ਤੁਸਾਂ ਰਵਾਵਣਾ ਜ਼ਾਰ ਪਿਆਰੇ, ਹੱਸਣ ਵਾਲਿਆਂ ਤੇ ਹੱਸਣ ਲੋਕ ਦਾਨੇ, ਤੇ ਰੋਂਦਿਆਂ ਕਰਨ ਪਿਆਰ ਪਿਆਰੇ। ਹੁਣ ਇਹ ਹੈ ਜਿਹੜਾ, ਹੁਣ ਇਹ ਕਹਿੰਦਾ ਵੀ ਵਾਰਿਸ ਸ਼ਾਹ ਨੇ ਤਾਂ ਲੋਕਾਂ ਨੂੰ ਹਸਾਇਆ, ਪਰ ਮੈਨੂੰ ਕੀ ਆ ਵੀ ਮੈਂ ਤੁਸਾਂ ਰਵਾਵਣਾ ਜ਼ਾਰ ਪਿਆਰੇ, ਵੀ ਤੂੰ ਕੀ ਕਰਨਾ ਹੈ? ਲੋਕਾਂ ਨੂੰ ਰਵਾਉਣਾ ਹੈ। ਮਤਲਬ ਕੀ ਹੈ? ਕਹਿਣ ਦਾ ਮਤਲਬ ਹੈ ਵੀ ਵਾਰਿਸ ਸ਼ਾਹ ਤਾਂ ਲੋਕਾਂ ਨੂੰ ਹਸਾਉਂਦਾ ਹੈ ਤੇ ਫਜ਼ਲ ਸ਼ਾਹ ਜਿਹੜਾ ਆਪ ਹੈ ਉਹ ਲੋਕਾਂ ਨੂੰ ਰਵਾਉਂਦਾ ਹੈ। ਧਿਆਨ ਰੱਖਿਓ ਗੱਲ ਨੂੰ। ਹੁਣ ਆ ਜਾਓ ਜੀ ਗੱਲ ਰਤਨ ਸਿੰਘ ਜੱਗੀ ਦੀ ਗੱਲ ਕਰੀਏ ਆਪਾਂ। ਰਤਨ ਸਿੰਘ ਜੱਗੀ ਕਹਿੰਦਾ ਕਿੱਸਿਆਂ ਵਿੱਚ ਇਸਲਾਮੀ ਰੰਗਤ ਬਹੁਤ ਜ਼ਿਆਦਾ ਹੈ। ਕਿੱਸਿਆਂ ਦੇ ਵਿੱਚ ਇਸਲਾਮੀ ਰੰਗਤ ਬਹੁਤ ਜ਼ਿਆਦਾ ਹੈ। ਅੱਗੇ ਦੇਖੋ, ਇਹ ਗੱਲ ਤਾਂ ਕਾਮਨ ਹੋ ਗਈ। ਅਗਲੀ ਗੱਲ ਤੇ ਚੱਲਦੇ ਆ, ਕੀ ਹੁੰਦਾ ਰਤਨ ਸਿੰਘ ਜੱਗੀ ਹੋਰ ਕੀ ਕਹਿ ਰਿਹਾ? ਮੌਕਾ ਮਿਲਣ ਤੇ ਇਸਲਾਮੀ ਪ੍ਰਚਾਰ ਸ਼ੁਰੂ ਕਰ ਦਿੰਦਾ ਹੈ। ਰਤਨ ਸਿੰਘ ਜੱਗੀ ਕਹਿੰਦਾ ਵੀ ਫਜ਼ਲ ਸ਼ਾਹ ਨੂੰ ਜਿੱਥੇ ਵੀ ਮੌਕਾ ਮਿਲਦਾ ਉੱਥੇ ਆਪਣਾ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਅਗਲੀ ਗੱਲ, ਕਿੱਸਿਆਂ ਦੇ ਪਾਤਰਾਂ ਨੂੰ ਸੱਚੇ ਮੁਸਲਮਾਨ ਚਿੱਤਰਿਤ ਕਰਦਾ ਹੈ। ਕਿੱਸੇ ਦੇ ਵਿੱਚ ਜਿਹੜੇ ਪਾਤਰ ਹੈ ਉਹਨਾਂ ਨੂੰ ਸੱਚੇ ਮੁਸਲਮਾਨ ਦੱਸਣ ਦੀ ਕੋਸ਼ਿਸ਼ ਕਰਦਾ ਹੈ ਫਜ਼ਲ ਸ਼ਾਹ। ਅਗਲੀ ਗੱਲ, ਮਤਲਬ ਗੱਲ ਮੁੱਕਦੀ ਕੀ ਹੈ ਵੀ ਫਜ਼ਲ ਸ਼ਾਹ ਜਿਹੜਾ ਹੈ ਉਹ ਆਪਣੇ ਕਿੱਸਿਆਂ ਦੇ ਵਿੱਚ ਇੰਨੀ ਇਸਲਾਮੀ ਰੰਗਤ ਭਰ ਦਿੰਦਾ ਹੈ ਵੀ ਉਹਦਾ ਕਰਕੇ ਉਹ ਜਿਹੜਾ ਕਿੱਸਾ ਕਾਵ ਹੈ ਜਿਹੜਾ ਉਹ ਪੰਜਾਬੀ ਪਰੰਪਰਾ ਤੋਂ ਟੁੱਟ ਜਾਂਦਾ ਹੈ। ਮਤਲਬ ਇੰਨਾ ਉਸ ਨੂੰ ਇਸਲਾਮ ਦੇ ਨਾਲ ਜੋੜ ਦਿੰਦਾ, ਇੰਨਾ ਇਸਲਾਮ ਦਾ ਪ੍ਰਚਾਰ ਕੀਤਾ ਉਹਨੇ ਆਪਣੇ ਕਿੱਸਿਆਂ ਦੇ ਵਿੱਚ। ਧਰਮ ਨਿਰਪੱਖ ਬਿਰਤੀ ਨੂੰ ਖਤਮ ਕਰ ਦਿੱਤਾ।
ਜਿਹੜੀ ਧਰਮ ਨਿਰਪੇਖਤਾ ਸੀਗੀ, ਮਤਲਬ ਨਿਸ਼ਪਕਸ਼ ਜਿਹਨੂੰ ਆਪਾਂ ਕਹਿ ਦਿੰਦੇ ਹਿੰਦੀ ਦੇ ਵਿੱਚ, ਨਿਰਪੱਖ ਪੰਜਾਬੀ ਦੇ ਵਿੱਚ, ਉਹ ਧਰਮ ਨਿਰਪੱਖ ਜਿਹੜੀ ਪ੍ਰਵਿਰਤੀ ਸੀ ਕਿੱਸਿਆਂ ਦੇ ਵਿੱਚ, ਉਹਨੂੰ ਉਸਨੇ ਖਤਮ ਕਰ ਦਿੱਤਾ। ਕਾਦਰ ਯਾਰ ਜਿਹੜਾ ਸੀਗਾ ਉਹ ਭਾਰਤੀ ਪਰੰਪਰਾ ਦੇ ਅਨੁਸਾਰ ਭਾਰਤ ਦਾ ਮਤਲਬ ਇੱਕ ਭਾਰਤੀ ਜਾਂ ਪੰਜਾਬੀ ਲੋਕ ਨਾਇਕਾਂ ਦੇ ਵਿੱਚੋਂ ਇੱਕ ਲੋਕ ਨਾਇਕ ਨੂੰ ਚੁਣਦਾ, ਉਹ ਆਪਣਾ ਕਿੱਸਾ ਲਿਖਦਾ। ਅਤੇ ਹੁਣ ਇੱਥੇ ਕੀ ਹੈ ਵੀ ਇਹ ਧਰਮ ਨਿਰਪੱਖ ਬਿਰਤੀ ਨੂੰ ਖਤਮ ਕੀਤਾ ਇੱਥੇ ਕਿਹਨੇ? ਫਜ਼ਲ ਸ਼ਾਹ ਨੇ। ਅੱਗੇ ਹਿੰਦੂ ਮੁਸਲਮਾਨ ਦੀ ਸਮਾਜਿਕ ਸਾਂਝ ਕਿੱਸਿਆਂ ਵਿੱਚ ਨਹੀਂ ਮਿਲਦੀ। ਰਤਨ ਸਿੰਘ ਜੱਗੀ ਕਹਿੰਦਾ ਵੀ ਇਹਨੇ 5 ਕਿੱਸੇ ਲਿਖੇ ਆ, 5 ਦੇ ਵਿੱਚੋਂ ਕਿਸੇ ਵੀ ਕਿੱਸੇ ਦੇ ਵਿੱਚ ਹਿੰਦੂ ਅਤੇ ਮੁਸਲਮਾਨਾਂ ਦੀ ਆਪਸੀ ਸਾਂਝ ਦੇ ਬਾਰੇ ਇਹਨੇ ਕੋਈ ਜ਼ਿਕਰ ਨਹੀਂ ਕੀਤਾ। ਅਗਲੀ ਗੱਲ ਦੇਖੋ ਕੀ ਕਹਿੰਦਾ, ਜੋ ਪ੍ਰੇਮ ਧਰਮ ਦੀਆਂ ਸੀਮਾਵਾਂ ਤੋਂ ਉੱਚਾ ਸਮਝਿਆ ਜਾਂਦਾ ਸੀ ਉਸ ਨੂੰ ਮੁਸਲਮਾਨੀ ਧਰਮ ਪਰੰਪਰਾ ਵਿੱਚ ਬੰਨ੍ਹ ਦਿੱਤਾ। ਦੇਖੋ ਪ੍ਰੇਮ ਦਾ ਕਿਸੇ ਧਰਮ ਕੌਮ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪ੍ਰੇਮ ਦਾ, ਇਸ਼ਕ ਦਾ, ਮੁਹੱਬਤ ਦਾ ਧਰਮ ਜਿਹੜਾ ਪ੍ਰੇਮ ਸੀ, ਇਸ਼ਕ ਸੀ, ਉਹ ਉਸ ਧਰਮ ਦੀਆਂ ਸੀਮਾਵਾਂ ਤੋਂ ਉੱਚਾ ਉੱਠਿਆ ਹੋਇਆ ਸੀ। ਪਰ ਜਦੋਂ ਫਜ਼ਲ ਸ਼ਾਹ ਨੇ ਐਂਟਰੀ ਕੀਤੀ ਉਦੋਂ ਕੀ ਹੋਇਆ? ਫਜ਼ਲ ਸ਼ਾਹ ਨੇ ਉਸ ਧਰਮ, ਉਸ ਮਤਲਬ ਇਸ਼ਕ ਨੂੰ ਇਸਲਾਮ ਦੇ ਨਾਲ ਜੋੜ ਦਿੱਤਾ, ਬਸ ਉਹਦਾ ਇੱਕ ਦਾਇਰਾ ਬਣਾ ਦਿੱਤਾ। ਨਹੀਂ ਤਾਂ ਇਸ਼ਕ ਦਾ ਕੋਈ ਦਾਇਰਾ ਨਹੀਂ ਸੀ। ਹਾਂ ਦੇਖੋ ਸ਼ਬਦ ਅਲੰਕਾਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ, ਬਹੁਤ ਜ਼ਿਆਦਾ ਵਰਤੋਂ ਕੀਤੀ ਹੈ, ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕੀਤੀ ਹੈ। ਐਵੇਂ ਲੱਗਦਾ ਵੀ ਜਿਵੇਂ ਕਿੱਸਾਕਾਰ ਫਜ਼ਲ ਸ਼ਾਹ ਆਪਣੇ ਐਬ, ਆਪਣੀਆਂ ਕਮੀਆਂ ਨੂੰ ਸ਼ਬਦ ਅਲੰਕਾਰਾਂ ਦੇ ਉੱਲੂ ਛਿਪਾ ਰਿਹਾ ਹੈ। ਇੰਨੇ ਅਲੰਕਾਰਾਂ, ਇੰਨੇ ਮਤਲਬ ਸ਼ਬਦ ਅਲੰਕਾਰਾਂ ਦੀ ਵਰਤੋਂ। ਅਲੰਕਾਰਾਂ ਦਾ ਸ਼ਾਬਦਿਕ, ਅਲੰਕਾਰ ਦਾ ਸ਼ਾਬਦਿਕ ਅਰਥ ਗਹਿਣਾ। ਤੁਸੀਂ ਐਵੇਂ ਸਮਝੋ ਵੀ ਕਵਿਤਾ ਹੈ ਜਿਹੜੀ ਉਹ ਇੱਕ ਦੁਲਹਨ ਹੈ, ਕਵਿਤਾ ਦੁਲਹਨ ਹੈ ਅਤੇ ਉਹਨੂੰ ਗਹਿਣਾ ਪਵਾਉਣਾ। ਹੁਣ ਗਹਿਣਾ ਓਨਾ ਹੀ ਪਵਾਉਣਾ ਹੈ ਵੀ ਜਿੰਨਾ ਉਹਨੂੰ ਸੂਟ ਕਰਦਾ। ਗਹਿਣਾ ਜ਼ਰੂਰਤ ਤੋਂ ਜ਼ਿਆਦਾ ਪਵਾਤਾ ਅਤੇ ਗਹਿਣਾ ਹੀ ਦਿਖੂਗਾ, ਫਿਰ ਕਵਿਤਾ ਨਹੀਂ ਦਿਖਦੀ, ਉਹ ਸੁੰਦਰੀ ਨੇ ਤਾਂ ਦਿਖਣਾ ਹੀ ਨਹੀਂ। ਉਵੇਂ ਹੀ ਇਹਨੇ ਕੀਤਾ। ਫਜ਼ਲ ਸ਼ਾਹ ਨੇ ਜ਼ਰੂਰਤ ਤੋਂ ਜ਼ਿਆਦਾ ਸ਼ਬਦ ਅਲੰਕਾਰ ਵਰਤੇ ਆ। ਹਾਲਾਂਕਿ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਇਸ ਨੂੰ ਸ਼ਬਦ ਅਲੰਕਾਰਾਂ ਦਾ ਮਾਹਰ ਕਵੀ ਆਖਿਆ। ਧਿਆਨ ਰੱਖਿਓ, ਦੇਖੋ ਕਹਿੰਦਾ ਜੇਕਰ ਗੱਲ ਕਰਦੀ ਲੱਖ ਵਲ ਪੈਂਦੇ, ਹਾਲੇ ਗੱਲ ਦਾ ਨਹੀਂ ਸੀ ਵੱਲ ਮੀਆਂ, ਹੁਣ ਵਲ ਅਤੇ ਵੱਲ ਇੱਕ ਆ ਗਿਆ। ਦੂਸਰਾ ਮੈਂ ਤੁਹਾਨੂੰ ਪੜ੍ਹਾਇਆ ਸੀ, ਪਹਿਲਾਂ ਮੈਂ ਬੋਲਿਆ ਸੀਗਾ, ਵਲਾਂ ਵਾਲੀਆਂ ਉਸ ਦੀਆਂ ਵਾਲੀਆਂ ਨੇ ਲੁੱਟ ਲਿਆ ਜਹਾਨ ਦੇ ਵਾਲੀਆਂ ਨੂੰ। ਹੁਣ ਇਹਨੇ ਵਾਲੀਆਂ 3 ਵਾਰੀ, ਵਲਾਂ ਵਾਲੀਆਂ ਮਤਲਬ ਵਲਾਂ ਜਿਹਦੇ ਵਿੱਚ ਵਲ ਪਵੇ, ਉਸ ਦੀਆਂ ਵਾਲੀਆਂ, ਕੰਨਾਂ ਦੀਆਂ ਵਾਲੀਆਂ ਨੇ ਲੁੱਟ ਲਿਆ ਜਹਾਨ ਦੇ ਵਾਲੀਆਂ ਨੂੰ। ਵਾਲੀ ਜਿਹੜੇ ਹੁੰਦੇ ਆ ਮੁਸਲਮਾਨ ਧਰਮ, ਮੁਸਲਮਾਨ ਇੱਕ ਮਤਲਬ ਉਹਨਾਂ ਦੀ ਭਾਸ਼ਾ ਦਾ ਸ਼ਬਦ ਹੈ। ਆਪਣੇ ਫਿੱਕੇਪਨ ਨੂੰ ਅਤਕਥਨੀ ਮੂਲਕ ਅਲੰਕਾਰਾਂ ਅਤੇ ਅਨੁਪ੍ਰਾਸਾਂ ਹੇਠ ਲੁਕਾਉਣ ਦਾ ਯਤਨ ਕਰਦਾ ਹੈ ਸੈਯਦ ਫਜ਼ਲ ਸ਼ਾਹ। ਧਿਆਨ ਰੱਖਿਓ, ਉਸ ਦੇ ਮਤਲਬ ਕੀ ਆ ਵੀ ਉਹ ਇਸ ਗੁਣ ਤੋਂ, ਸ਼ਬਦ ਅਲੰਕਾਰਾਂ ਦੀ ਵਰਤੋਂ ਕਰਨ ਤੋਂ ਇਲਾਵਾ ਇਹਦੇ ਕੋਲ ਹੋਰ ਕੋਈ ਗੁਣ ਨਹੀਂ ਹੈਗਾ। ਬਸ ਹੁਣ ਦੇਖੋ ਕੀ ਕਹਿੰਦਾ, ਆ ਸੁਣੋ ਕੀ ਕਹਿੰਦਾ। ਹਾਏ ਹਾਏ ਮੇਰਾ ਤੈਨੂੰ ਕੌਣ ਦੱਸੇ, ਫਰਿਆਦ ਮੇਰੀ ਵਾਲ ਵਾਲ ਹੋਈ, ਸ਼ਾਲਾ ਮਰੇ ਉਹ ਘੜਾ ਵਟੇਂਦੜੀ ਦਾ, ਜਿਹੜੀ ਅਸਾਂ ਵਿਛੋੜ ਨਿਹਾਲ ਹੋਈ। ਇਹ ਹੁਣ ਕੀ ਹੈ ਵੀ ਉਹ ਮਤਲਬ ਕੀ ਹੈ ਵੀ ਉਹ ਘੜਾ ਜੀ ਨੇ ਵਟਾਤਾ ਸੀਗਾ, ਉਹ ਜਿਹੜੀ ਉਹਨਾਂ ਨੂੰ, ਜਿਹੜੀ ਸਾਨੂੰ ਵਿਛੋੜ ਕੇ ਇਹਦੇ ਵਿੱਚ ਸੋਹਣੀ ਹੈ, ਜਿਹੜੀ ਉਹ ਮਹੀਵਾਲ ਨੂੰ ਕਹਿ ਰਹੀ ਆ ਵੀ ਉਹ ਮਰ ਜੇ, ਵੀ ਜਿਹਨੇ ਘੜਾ ਵਟਾਤਾ ਸੀ, ਘੜਾ ਹੀ ਵਟਾਤਾ ਸੀਗਾ ਸੋਹਣੀ ਮਹੀਵਾਲ। ਪਤਾ ਹੀ ਹੈ ਤੁਹਾਨੂੰ, ਕਹਾਣੀ ਤੁਸੀਂ ਕਿਤੇ ਸੁਣੀ ਪੜ੍ਹੀ ਹੋਣੀ ਹੈ। ਸ਼ਾਲਾ ਇਹ ਗਾਲ ਨਹੀਂ ਗੀ ਬੇਟਾ ਜੀ, ਸ਼ਾਲਾ ਦਾ ਮਤਲਬ ਹੁੰਦਾ ਇਨਸ਼ਾਅੱਲਾ, ਰੱਬ ਕਰੇ। ਐਵੇਂ ਨਾ ਹੋਵੇ ਵੀ ਤੁਸੀਂ ਇੱਥੇ ਪੜ੍ਹੀ ਜਾਓ ਸਾਲਾ, ਐਵੇਂ ਨਾ ਕਰਿਓ। ਸ਼ਾਲਾ, ਸ਼ਾਲਾ ਮਤਲਬ ਇਨਸ਼ਾਅੱਲਾ। ਰਤਨ ਸਿੰਘ ਜੱਗੀ ਕਹਿੰਦਾ ਕਿੱਸਾ ਰਚਣ ਦੀ ਪ੍ਰੇਰਣਾ ਕਹਿੰਦਾ ਨਿੱਜੀ ਵਿਯੋਗ ਦੇ ਦਰਦ ਅਤੇ ਸੋਝ ਤੋਂ ਮਿਲੀ ਪ੍ਰਤੀਤ ਹੁੰਦੀ ਹੈ। ਰਤਨ ਸਿੰਘ ਜੱਗੀ ਕਹਿੰਦਾ ਵੀ ਮੈਨੂੰ ਐਵੇਂ ਲੱਗਦਾ ਹੈ ਵੀ ਇਸ ਬੰਦੇ ਦਾ ਨਿੱਜੀ ਅਨੁਭਵ ਹੈ ਇਸ਼ਕ ਦੇ ਬਾਰੇ, ਇਸ ਕਰਕੇ ਉਸ ਤੋਂ ਪ੍ਰੇਰਣਾ ਮਿਲੀ ਹੈ। ਮੈਂ ਵੀ ਇਸ਼ਕ ਦੇ ਵਿੱਚ ਗੁਦਾਜ਼ ਹੋਇਆ, ਐ ਪਰ ਦੱਸਣੇ ਦੀ ਨਹੀਂ ਜਾ ਮੀਆਂ, ਇਤਨਾ ਦਰਦ ਮੈਨੂੰ ਜੇਕਰ ਆ ਮਾਰਾਂ, ਦਿਆਂ ਰੁੱਖ ਦਰਖਤ ਜਲਾ ਮੀਆਂ। ਇਹ ਫਜ਼ਲ ਸ਼ਾਹ ਨੇ ਆਪਣੇ ਕਿਸੇ ਸੋਹਣੀ ਮਹੀਵਾਲ ਦੇ ਵਿੱਚ ਲਿਖਿਆ। ਦੇਖ ਲਓ ਕਿੰਨਾ ਗੱਪ ਛੱਡਿਆ ਇਹਨੇ। ਕੀ ਕਹਿੰਦਾ? ਕਹਿੰਦਾ ਵੀ ਮੈਨੂੰ ਵੀ ਇਸ਼ਕ ਹੋਇਆ ਪਰ ਮੈਂ ਦੱਸਣਾ ਨਹੀਂ ਗਾ, ਕਹਿੰਦਾ ਇੰਨਾ ਦਰਦ ਆ ਕਹਿੰਦਾ ਮੇਰੇ 'ਚ, ਕਹਿੰਦਾ ਜੇ ਮੈਂ ਆਹ ਮਾਰਾਂ, ਕਹਿੰਦਾ ਆਹ ਮਾਰਾਂ ਮਤਲਬ ਵੀ ਮੈਂ ਉਹ ਮਤਲਬ ਕੀ ਹੈ ਵੀ ਜਦੋਂ ਕਿਸੇ ਨੂੰ ਦੁੱਖ ਪਹੁੰਚਦਾ ਤੇ ਉਦੋਂ ਉਹ ਜਿਹੜਾ ਮਤਲਬ ਹਾਏ ਜਾਂ ਆਹ ਸ਼ਬਦ ਨਿਕਲਦਾ ਮੂੰਹ ਦੇ ਵਿੱਚੋਂ, ਕੁਝ ਸ਼ਬਦ ਹੁੰਦੇ ਆ ਜਿਹੜੇ ਉਹ ਨਿਕਲਦੇ ਆ ਦੁੱਖ ਨੂੰ ਪ੍ਰਗਟ ਕਰਨ ਵਾਸਤੇ ਸ਼ਬਦਾਵਲੀ। ਕਹਿੰਦਾ ਦਿਆ ਰੁੱਖ ਦਰਖਤ ਜਲਾਮੀਆਂ, ਅਤੇ ਕਹਿੰਦਾ ਜਿੰਨੇ ਰੁੱਖ ਅਤੇ ਦਰਖਤ ਉਹ ਸਾਰੇ ਸੜ ਜਾਣਗੇ। ਲਓ ਜੀ, ਆਪਾਂ ਫਜ਼ਲ ਸ਼ਾਹ ਦਾ ਇੱਕ ਗੱਪ ਸੁਣ ਲਿਆ।
ਆ ਫਜ਼ਲ ਸ਼ਾਹ ਆਪਣਾ ਹੋ ਗਿਆ ਖਤਮ। ਫਜ਼ਲ ਸ਼ਾਹ ਦੀਆਂ ਗੱਲਾਂ ਧਿਆਨ ਦੇ ਵਿੱਚ ਰੱਖਿਓ ਬੇਟਾ ਜੀ। ਆਹ ਜਿਹੜਾ ਆਹ ਤੁਹਾਨੂੰ PDF ਮੈਂ ਤੁਹਾਨੂੰ ਕਿਹਾ ਹੁਣ ਸਾਰੀ ਦੀ ਮਿਲ ਜੂਗੀ, ਕਿੱਸਾ ਕਾਵ ਦੀ ਪੂਰੇ ਦੀ। ਅਗਲੀ ਜਮਾਤ ਜਿਹੜੀ ਉਹ ਤੁਸੀਂ ਇੱਕ ਸੂਫੀ ਕਾਵ ਦੇ ਵਿੱਚ ਦੇਖ ਲਿਓ। ਸੂਫੀ ਕਾਵ ਦੇ ਵਿੱਚ ਕਿਹਦੀ ਜਮਾਤ ਦੇਖਣੀ ਹੈ? ਇੱਕ ਰਹਿ ਗਿਆ ਸੀ ਆਪਣਾ, ਉਹ ਮੈਨੂੰ ਕਿਸੇ ਸਟੂਡੈਂਟ ਨੇ ਯਾਦ ਕਰਵਾਇਆ, ਸਰ ਜੀ ਇੱਕ ਰਹਿ ਗਿਆ। ਮੈਂ ਤਾਂ ਭੁੱਲਿਆ ਬੈਠਾ ਸੀ ਉਹਨੂੰ। ਜਿਹੜਾ ਆਪਾਂ ਹਾਸ਼ਮ ਸ਼ਾਹ ਜਿਹੜਾ ਉਹ ਕਿੱਸਾ ਕਵੀ ਵੀ ਹੈ ਅਤੇ ਸੂਫੀ ਕਵੀ ਵੀ ਹੈ, ਉਹਦੇ ਦੋਹੜੇ ਅਤੇ ਡਿਉਢਾਂ ਬਾਰੇ ਬੇਟਾ ਜੀ ਜਲਦੀ ਗੱਲ ਕਰਾਂਗੇ। ਅਤੇ ਆਹ ਸੀਗਾ ਜੀ ਤੁਹਾਡਾ ਸੈਯਦ ਫਜ਼ਲ ਸ਼ਾਹ। ਅਗਲੀ ਜਮਾਤ ਆਪਣੀ ਸੂਫੀ ਕਵੀ ਦੀ, ਉਸ ਤੋਂ ਬਾਅਦ ਗੁਰਮਤਿ ਕਾਵ ਆਪਣਾ ਚੱਲ ਪਊਗਾ। ਅਤੇ ਬਸ ਪੂਰੇ ਸਟਰੋਂਗ ਰਿਹੋ ਹੁਣ, ਕਿਉਂਕਿ ਗੁਰਮਤਿ ਕਾਵ ਦੇ ਵਿੱਚੋਂ ਪ੍ਰਸ਼ਨ ਜਿਵੇਂ ਜਿਵੇਂ ਮੈਂ ਹੱਥ ਰੱਖਦਾ ਜਾਵਾਂ ਵੀ ਆਹ ਪ੍ਰਸ਼ਨ ਬਣਦਾ, ਆਹ ਪ੍ਰਸ਼ਨ ਬਣਦਾ, ਦਿਮਾਗ ਦੇ ਵਿੱਚ ਰੱਖਿਓ ਚੇਤੇ। ਮਿਲਦੇ ਹਾਂ ਜੀ ਜਲਦੀ। ਸਤਿ ਸ੍ਰੀ ਅਕਾਲ।